ਅੱਜ ਤੋਂ 150 ਸਾਲ ਪਹਿਲਾਂ ਜਦੋਂ 1872 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਜੀ ਤੇ ਜ਼ਾਹਿਰ ਹੈ ਉਸ ਵਕਤ ਪੰਜਾਬੀ ਸਾਹਿਤ ਪੜ੍ਹਿਆ ਨਹੀਂ ਜਾਂਦਾ ਸੀਗਾ। ਉਸ ਵਕਤ ਧਾਰਮਿਕ ਸਾਹਿਤ ਪੜ੍ਹਿਆ ਜਾਂਦਾ ਸੀਗਾ। ਇੱਕ ਟਰਨਿੰਗ ਪੁਆਇੰਟ ਦਿੱਤਾ ਭਾਈ ਵੀਰ ਸਿੰਘ ਨੇ, ਇੱਕ ਬਿਲਕੁਲ ਰੈਵੋਲੂਸ਼ਨ ਲਿਆਂਦਾ। ਅੱਜ ਵੀ 150 ਸਾਲ 125 ਸਾਲ ਹੋ ਗਿਆ ਉਸ ਕਿਤਾਬ ਆਈ ਨੂੰ। ਅੱਜ ਜਦੋਂ ਦੀ ਗੱਲ ਕਰਦੇ ਹਾਂ ਤਾਂ ਅੱਜ ਵੀ ਉਸੇ ਤਰ੍ਹਾਂ ਉਹ ਪੜ੍ਹੀ ਜਾਂਦੀ ਹੈ ਕਿਤਾਬ ਜਿਸ ਤਰ੍ਹਾਂ ਉਹ ਉਸ ਵਕਤ ਪੜ੍ਹੀ ਜਾ ਰਹੀ ਸੀ। ਕਹਿੰਦੇ ਨੇ ਪੰਜਾਬੀ ਦੇ ਵਿੱਚ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਤੇ ਜਿਨ੍ਹਾਂ ਨੇ ਭਾਈ ਵੀਰ ਸਿੰਘ ਦੀ ਕੋਈ ਕਿਤਾਬ ਨਹੀਂ ਪੜ੍ਹੀ ਜੰਮਿਆ ਉਹ ਵੀ ਨਹੀਂ। ਰਣਜੀਤ ਸਿੰਘ ਦਾ ਕਾਲ ਚੱਲ ਰਿਹਾ ਸੀਗਾ, ਉਹ ਖਤਮ ਹੋ ਰਿਹਾ ਸੀ, ਅੰਗਰੇਜ਼ ਆ ਰਹੇ ਸੀ। ਉਸ ਵਕਤ ਜੋ ਹਾਲਾਤ ਸੀਗੇ ਉਸ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਮਾਜਿਕ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸੀ ਉਹਨਾਂ ਨੇ ਉਸ ਧਾਰਮਿਕ ਸਾਹਿਤ ਤੋਂ ਅਲੱਗ ਤੌਰ 'ਤੇ ਆਪਣਾ ਇੱਕ ਰਾਹ ਅਖਤਿਆਰ ਕੀਤਾ। ਇਸੇ ਨਾਵਲਾਂ ਨੂੰ ਆਧਾਰ ਬਣਾ ਕੇ ਨਾਨਕ ਸਿੰਘ ਨੇ ਬਹੁਤ ਸਾਰੇ ਆਦਰਸ਼ਿਕ ਨਾਵਲ ਲਿਖੇ, ਲੇਕਿਨ ਜਿਹੜਾ ਪਹਿਲ ਕੀਤੀ ਉਹ ਭਾਈ ਵੀਰ ਸਿੰਘ ਉਹਨਾਂ ਨੇ ਕੀਤੀ। ਅੱਜ ਜਦੋਂ 150 ਸਾਲ ਦੀ ਗੱਲ ਚੱਲ ਰਹੀ ਹੈ ਤਾਂ ਉਹਨਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਵੀ ਮਿਲਦਾ ਹੈ 1955 ਦੇ ਵਿੱਚ। 1956 'ਚ ਉਹਨਾਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਵੀ ਮਿਲ ਜਾਂਦਾ ਹੈ। 80 ਕਿਤਾਬਾਂ ਦਾ ਰਚੇਤਾ ਹੋਣਾ ਕੋਈ ਛੋਟੀ ਗੱਲ ਨਹੀਂ। ਭਾਈ ਵੀਰ ਸਿੰਘ ਦੇ ਨਾਮ ਤੇ ਇੱਕ ਸਾਹਿਤ ਸਦਨ ਬਣਦਾ ਦਿੱਲੀ ਦੇ ਵਿੱਚ, ਪੰਜਾਬ ਭਵਨ ਦੇ ਨਾਲ ਇੱਕ ਬਹੁਤ ਵੱਡੀ ਜਗ੍ਹਾ 1000 ਗਜ਼ ਦੇ ਵਿੱਚ ਉਸਰਦਾ। ਉੱਥੇ ਇੱਕ ਟਰਸਟ ਬਣਦਾ। ਉਹ ਟਰਸਟ ਫਿਰ 50 ਸਾਲ ਤੋਂ ਲਗਾਤਾਰ ਉਹਨਾਂ ਦੀ ਕਿਤਾਬਾਂ ਦੀ ਪ੍ਰਚਾਰ ਕਰਦਾ, ਪ੍ਰਸਾਰ ਕਰਦਾ। ਇਹ ਮੈਨੂੰ ਲੱਗਦਾ ਕਿ ਇਹ ਸਭ ਤੋਂ ਵੱਡਾ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਭਾਈ ਵੀਰ ਸਿੰਘ ਦੇ ਸਾਹਿਤ ਤੋਂ ਸ਼ੁਰੂ ਕਰਕੇ ਅਸੀਂ ਅੱਜ ਇੱਥੋਂ ਤੱਕ ਪਹੁੰਚੇ। ਉਹ ਚਿੰਨ੍ਹ ਲਿਆ ਕੇ ਸਮਾਜ ਨੂੰ ਇੱਕ ਨਵਾਂ ਰਸਤਾ ਦਿੱਤਾ ਕਿ ਸਾਡੇ ਕੋਲ ਆਦਰਸ਼ਵਾਦ ਹੋਣਾ ਜ਼ਰੂਰੀ ਹੈ। ਜੇ ਆਦਰਸ਼ ਹੋਏਗਾ ਤੇ ਅਸੀਂ ਕੋਈ ਅੱਗੇ ਤੁਰ ਸਕਾਂਗੇ। ਇਸ ਆਦਰਸ਼ ਦਾ ਮਤਲਬ ਇਹ ਹੈ ਕਿ ਸਾਨੂੰ ਆਲੇ ਦੁਆਲੇ ਦਾ ਧਿਆਨ ਰੱਖਣਾ चाहिए। नमस्कार, मैं शिवांगी और आप देख रहे हैं जनहितैषी। पंजाबी लिटरेचर के विश्व पितामह कहे जाने वाले भाई वीर सिंह जी को कौन नहीं जानता। आज उनकी 150वीं बरसी है। सबसे पहले तो उन्हें शत शत नमन। आइए उनके जीवन शैली से जुड़ी कुछ अहम बातें जानते हैं। और चर्चा के लिए आज हमारे साथ मौजूद हैं चेतना प्रकाशन के संचालक सतीश गुलाटी जी। सबसे पहले स्वागत करते हैं, बहुत बहुत स्वागत है। बहुत बहुत नमस्कार शिवांगी जी आपका और आपके चैनल का जनहितैषी जी का। जी सर, आज भाई वीर सिंह जी की जो 150 साल हो गया, आज उनकी बरसी है। पहले तो शत शत नमन और उनके जीवन शैली के बारे में आज हम जानेंगे। देखिए, भाई वीर सिंह ਦਾ ਮੈਂ ਪੰਜਾਬੀ 'ਚ ਗੱਲ ਕਰਾਂ ਜ਼ਿਆਦਾ ਬਿਹਤਰ ਹੈਗਾ। ਭਾਈ ਵੀਰ ਸਿੰਘ ਦਾ ਬਹੁਤ ਵੱਡਾ ਸਥਾਨ ਹੈ। ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਭੀਸ਼ਮ ਪਿਤਾਮਾ ਨੇ, ਅੱਜ ਤੋਂ 150 ਸਾਲ ਪਹਿਲਾਂ ਜਦੋਂ 1872 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਤੇ ਜ਼ਾਹਿਰ ਹੈ ਉਸ ਵਕਤ ਪੰਜਾਬੀ ਸਾਹਿਤ ਪੜ੍ਹਿਆ ਨਹੀਂ ਜਾਂਦਾ ਸੀਗਾ। ਉਸ ਵਕਤ ਧਾਰਮਿਕ ਸਾਹਿਤ ਪੜ੍ਹਿਆ ਜਾਂਦਾ ਸੀਗਾ। ਇੱਕ ਟਰਨਿੰਗ ਪੁਆਇੰਟ ਦਿੱਤਾ ਭਾਈ ਵੀਰ ਸਿੰਘ ਨੇ, ਇੱਕ ਬਿਲਕੁਲ ਰੈਵੋਲੂਸ਼ਨ ਲਿਆਂਦਾ, ਇਨਕਲਾਬ ਲਿਆਂਦਾ ਪੰਜਾਬੀ ਸਾਹਿਤ ਦੇ ਵਿੱਚ। ਜਦੋਂ ਉਹਨਾਂ ਦੀਆਂ 25 ਸਾਲ ਦੀ ਉਮਰ ਦੇ ਵਿੱਚ ਨਵੀਂ ਕਿਤਾਬ ਆਈ 1898 ਦੇ ਵਿੱਚ, ਉਹਨਾਂ ਦੀ ਇੱਕ ਕਿਤਾਬ ਆਉਂਦੀ ਹੈ ਸੁੰਦਰਾਂ, ਇੱਕ ਨਾਵਲ ਆਉਂਦਾ ਹੈ। ਹਾਲਾਂਕਿ ਉਸ ਤੋਂ ਪਹਿਲਾਂ 2 ਨਾਵਲ ਲਿਖੇ ਜਾ ਚੁੱਕੇ ਸੀ। ਲੇਕਿਨ ਟਰਨਿੰਗ ਪੁਆਇੰਟ ਹੈ ਕਿ ਪੰਜਾਬੀ ਸਾਹਿਤ ਦੇ ਵਿੱਚ ਸੁੰਦਰਾਂ ਨੇ ਇੱਕ ਮੀਲ ਪੱਥਰ ਸਾਬਿਤ ਕੀਤਾ। ਅੱਜ ਵੀ 150 ਸਾਲ 125 ਸਾਲ ਹੋ ਗਿਆ ਉਸ ਕਿਤਾਬ ਆਈ ਨੂੰ। ਅੱਜ ਜਦੋਂ ਦੀ ਗੱਲ ਕਰਦੇ ਹਾਂ ਤਾਂ ਅੱਜ ਵੀ ਉਸੇ ਤਰ੍ਹਾਂ ਉਹ ਪੜ੍ਹੀ ਜਾਂਦੀ ਹੈ ਕਿਤਾਬ ਜਿਸ ਤਰ੍ਹਾਂ ਉਹ ਉਸ ਵਕਤ ਪੜ੍ਹੀ ਜਾ ਰਹੀ ਸੀ। ਜਿਸ ਤਰ੍ਹਾਂ ਕਹਿੰਦੇ ਨੇ ਪੰਜਾਬੀ ਦੇ ਵਿੱਚ ਕਿ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ, ਤੇ ਜਿਨ੍ਹਾਂ ਨੇ ਭਾਈ ਵੀਰ ਸਿੰਘ ਦੀ ਕੋਈ ਕਿਤਾਬ ਨਹੀਂ ਪੜ੍ਹੀ ਜੰਮਿਆ ਉਹ ਵੀ ਨਹੀਂ। ਕਿਉਂ ਪੰਜਾਬੀ ਸਾਹਿਤ ਦੇ ਵਿੱਚ ਜਿਸਨੇ ਸਕੂਲ ਟਾਈਮ ਦੇ ਵਿੱਚ ਆਪਣਾ ਸਾਹਿਤ ਪੜ੍ਹਿਆ ਜਾਂ BA ਕੀਤੀ ਜਾਂ MA ਕੀਤੀ ਜਾਂ ਹੋਰ ਡਿਗਰੀਆਂ ਲਈਆਂ, ਤੇ ਜ਼ਾਹਿਰ ਹੈ ਕਿ ਉਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਸੁੰਦਰਾਂ ਵੀ ਪੜ੍ਹਿਆ, ਵਿਜੇ ਸਿੰਘ ਵੀ ਪੜ੍ਹਿਆ, ਸਤਵੰਤ ਕੌਰ ਵੀ ਪੜ੍ਹਿਆ, ਮਟਕ ਹੁਲਾਰੇ ਵੀ ਪੜ੍ਹਿਆ, ਲਹਿਰ ਹੁਲਾਰੇ ਵੀ ਪੜ੍ਹਿਆ, ਔਰ ਬਹੁਤ ਸਾਰੀਆਂ ਕਰੀਬ 80 ਕਿਤਾਬਾਂ ਭਾਈ ਵੀਰ ਸਿੰਘ ਨੇ ਲਿਖੀਆਂ। ਉਹਨਾਂ ਦੀ ਬਹੁਤ ਵੱਡੀ ਦੇਣ ਹੈ। ਉਸ ਤੋਂ ਬਾਅਦ ਸਾਡੇ ਕੋਲੇ ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ ਔਰ ਨਾਨਕ ਸਿੰਘ ਦਾ ਪੀਰੀਅਡ ਆਉਂਦਾ।
ਲੇਕਿਨ ਇੱਕ ਇਕੱਲੀ ਸ਼ਖਸੀਅਤ ਹੈ ਜਿਨ੍ਹਾਂ ਦਾ ਅਸੀਂ ਅੱਜ ਤੋਂ 150 ਸਾਲਾ ਜਨਮ ਦਿਨ ਮਨਾ ਰਹੇ ਹਾਂ। ਔਰ ਸਾਨੂੰ ਖੁਸ਼ੀ ਦੀ ਗੱਲ ਹੈ ਕਿ ਭਾਈ ਵੀਰ ਸਿੰਘ ਨੂੰ ਸਾਰਾ ਸਮਾਜ, ਪੂਰਾ ਸਾਹਿਤ ਔਰ ਪੂਰੀ ਦੁਨੀਆ ਦੇ ਪੰਜਾਬੀ ਜਿੱਥੇ ਵੀ ਬੈਠੇ ਨੇ ਉਹਨੂੰ याद कर रहे हैं। ये बड़ी खुशी की गल है जी। जैसे कि आपने बताया उनकी उपलब्धियां इतनी ज़्यादा रही हैं और टर्निंग पॉइंट भी उनके साहित्य में आया उनकी किताब लिखने के बाद। तो ये हम ज़रूर जानना चाहेंगे कि बेसिकली उनका मकसद क्या था, वो किस सोच धारा को लेकर चलते थे। उनका मकसद, ਉਹਨਾਂ ਦਾ ਮਕਸਦ ਇਹ ਸੀਗਾ ਕਿ ਜੋ ਉਸ ਵਕਤ ਦਾ ਜਦੋਂ ਪੀਰੀਅਡ ਸੀ ਨਾ 1857 ਤੋਂ ਬਾਅਦ ਦਾ ਪੀਰੀਅਡ, ਇੱਕ ਬਿਲਕੁਲ ਉਸ ਵੇਲੇ ਧਾਰਮਿਕ ਪੀਰੀਅਡ ਸੀਗਾ। ਇੱਕ ਰਣਜੀਤ ਸਿੰਘ ਦਾ ਕਾਲ ਚੱਲ ਰਿਹਾ ਸੀਗਾ, ਉਹ ਖਤਮ ਹੋ ਰਿਹਾ ਸੀ, ਅੰਗਰੇਜ਼ ਆ ਰਹੇ ਸੀ। ਉਸ ਵਕਤ ਜੋ ਹਾਲਾਤ ਸੀਗੇ ਉਸ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਮਾਜਿਕ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸੀ, ਉਹਨਾਂ ਨੇ ਉਸ ਧਾਰਮਿਕ ਸਾਹਿਤ ਤੋਂ ਅਲੱਗ ਤੌਰ 'ਤੇ ਆਪਣਾ ਇੱਕ ਰਾਹ ਅਖਤਿਆਰ ਕੀਤਾ ਔਰ ਇਹ ਦੱਸਿਆ ਕਿ ਸਾਡਾ ਆਦਰਸ਼ਵਾਦ ਕੀ ਹੈ। ਹਾਲਾਂਕਿ ਬਾਅਦ ਦੇ ਵਿੱਚ ਇਸੇ ਨਾਵਲਾਂ ਨੂੰ ਆਧਾਰ ਬਣਾ ਕੇ ਨਾਨਕ ਸਿੰਘ ਨੇ ਬਹੁਤ ਸਾਰੇ ਆਦਰਸ਼ਿਕ ਨਾਵਲ ਲਿਖੇ, ਲੇਕਿਨ ਜਿਹੜਾ ਪਹਿਲ ਕੀਤੀ ਉਹ ਭਾਈ ਵੀਰ ਸਿੰਘ ਉਹਨਾਂ ਨੇ ਕੀਤੀ। ਔਰ ਉਹਨਾਂ ਨੇ ਸੁੰਦਰਾ ਨਾਵਲ ਤੋਂ ਜਿਸ ਤਰ੍ਹਾਂ ਪਹਿਲਾਂ ਕੀਤੀ, ਮਟਕ ਹੁਲਾਰੇ, ਲਹਿਰ ਹੁਲਾਰੇ, ਧਾਰਮਿਕ ਪ੍ਰਵਿਰਤੀ ਦੀਆਂ ਕਵਿਤਾਵਾਂ ਨੂੰ ਆਮ ਸਮਾਜ 'ਚ ਲੈ ਕੇ ਆਂਦਾ ਕਿ ਸਾਰਾ ਕੁਛ ਅਸੀਂ ਜਦੋਂ ਧਾਰਮਿਕ ਤੌਰ 'ਤੇ ਗੱਲ ਕਰਦੇ ਹਾਂ ਤਾਂ ਸਿਰਫ ਚਾਰ ਧਾਮਾਂ ਦੀ ਜਾਂ ਗੁਰਦੁਆਰਾ ਜਾਂ ਮੰਦਿਰ ਜਾਂ ਮਸਜਿਦ ਦੀ ਗੱਲ ਨਹੀਂ ਕਰਦੇ, ਜ਼ਿੰਦਗੀ ਉਸ ਤੋਂ ਬਾਹਰ ਵੀ ਹੈ। ਸਾਡੇ ਜਿਵੇਂ ਆਪਾਂ ਕਹਿੰਦੇ ਨੇ ਪਿੰਡ ਦੇ ਵਿੱਚ ਜਦੋਂ ਸੱਥ ਦੇ ਵਿੱਚ ਲੋਕ ਬੈਠਦੇ ਨੇ, ਪਿੱਪਲ ਥੱਲੇ, ਬੋਹੜ ਥੱਲੇ ਬੈਠਦੇ ਨੇ, ਜਿਹੜੀਆਂ ਉਹ ਗੱਲਬਾਤ ਹੁੰਦੀ ਹੈ ਉਹ ਵੀ ਇੱਕ ਸਮਾਜਿਕ ਰਿਸ਼ਤਿਆਂ ਦਾ ਤਾਣਾ ਬਾਣਾ ਹੁੰਦੀ ਹੈ। ਉਸ ਨੂੰ ਬਿਆਨ ਕਰਨ ਦੇ ਵਿੱਚ ਭਾਈ ਵੀਰ ਸਿੰਘ ਨੇ ਬਹੁਤ ਵੱਡਾ ਰੋਲ ਪਲੇ ਕੀਤਾ। ਅੱਜ ਜਦੋਂ 150 ਸਾਲ ਦੀ ਗੱਲ ਚੱਲ ਰਹੀ ਹੈ ਤਾਂ ਉਹਨਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਵੀ ਮਿਲਦਾ ਹੈ 1955 ਦੇ ਵਿੱਚ। 1956 'ਚ ਉਹਨਾਂ ਨੂੰ ਪਦਮ ਵਿਭੂਸ਼ਣ ਪੁਰਸਕਾਰ ਵੀ ਮਿਲ ਜਾਂਦਾ ਹੈ। ਸੋ ਇੱਥੋਂ ਪਤਾ ਲੱਗਦਾ ਕਿ ਸਾਡੇ ਕੋਲੇ ਇੱਕ ਬਹੁਤ ਲੰਬਾ ਇਤਿਹਾਸ ਹੈ ਭਾਈ ਵੀਰ ਸਿੰਘ ਦਾ। 80 ਕਿਤਾਬਾਂ ਦਾ ਰਚੇਤਾ ਹੋਣਾ ਕੋਈ ਛੋਟੀ ਗੱਲ ਨਹੀਂ। ਭਾਈ ਵੀਰ ਸਿੰਘ ਦੇ ਨਾਮ ਤੇ ਇੱਕ ਸਾਹਿਤ ਸਦਨ ਬਣਦਾ ਦਿੱਲੀ ਦੇ ਵਿੱਚ, ਪੰਜਾਬ ਭਵਨ ਦੇ ਨਾਲ ਇੱਕ ਬਹੁਤ ਵੱਡੀ ਜਗ੍ਹਾ 1000 ਗਜ਼ ਦੇ ਵਿੱਚ ਉਸਰਦਾ, ਉੱਥੇ ਇੱਕ ਟਰਸਟ ਬਣਦਾ। ਉਹ ਟਰਸਟ ਫਿਰ 50 ਸਾਲ ਤੋਂ ਲਗਾਤਾਰ ਉਹਨਾਂ ਦੀ ਕਿਤਾਬਾਂ ਦੀ ਪ੍ਰਚਾਰ ਕਰਦਾ, ਪਸਾਰ ਕਰਦਾ। ਹਰ ਸਾਲ ਨਹੀਂ, ਹਰ ਮਹੀਨੇ ਉੱਥੇ ਗੋਸ਼ਟੀਆਂ ਹੁੰਦੀਆਂ ਨੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਵਿੱਚ। ਇਹ ਮੈਨੂੰ ਲੱਗਦਾ ਕਿ ਪੰਜਾਬੀ ਲਈ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਤੋਂ ਬਾਹਰ ਦਿੱਲੀ ਦੇ ਵਿੱਚ ਭਾਈ ਵੀਰ ਸਿੰਘ ਸਾਹਿਤ ਸਦਨ ਬਣਨਾ, ਉੱਥੇ ਲਗਾਤਾਰ ਗੋਸ਼ਟੀਆਂ ਹੋਣੀਆਂ। ਪਿਛਲੇ 7-8 ਸਾਲਾਂ ਦੇ 7-8 ਸਮਿਆਂ ਦੇ ਪਿਛਲੇ ਮੈਂ ਕਹਿ ਸਕਦਾ 5 ਦਹਾਕਿਆਂ 'ਚ ਪ੍ਰਧਾਨ ਮੰਤਰੀ ਸਾਰੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਵਿੱਚ ਆਉਂਦੇ ਜਾਂਦੇ ਰਹੇ। ਇੰਦਰ ਕੁਮਾਰ ਗੁਜਰਾਲ ਅਕਸਰ ਉੱਥੇ ਮੀਟਿੰਗ ਕਰਿਆ ਕਰਦੇ ਸੀ। ਮਨੋਹਰ ਸਿੰਘ ਗਿੱਲ ਹੁਣਾਂ ਨੇ ਬਹੁਤ ਸਾਰੇ ਪ੍ਰਧਾਨੀਆਂ ਕੀਤੀਆਂ, ਡਾਕਟਰ ਵੇਲ ਨੇ ਕੀਤੀਆਂ, ਡਾਕਟਰ ਸਤਿੰਦਰ ਸਿੰਘ ਨੂਰ ਹੁਣਾਂ ਨੇ ਕੀਤੀਆਂ। ਇਸ ਤਰ੍ਹਾਂ ਬਹੁਤ ਲੰਬੀ ਲਿਸਟ ਹੈ ਜਿਨ੍ਹਾਂ ਨੇ ਉਸ ਦੇ ਸਾਹਿਤ ਨੂੰ ਇੱਕ ਨਵਾਂ ਜੀਵਨ ਦਿੱਤਾ। ਔਰ ਇਹ ਉੱਤੇ ਬਹੁਤ ਸਾਰਾ ਆਲੋਚਨਾ ਹੋਈਆਂ, ਕਰੀਬ 40 ਦੇ ਕਰੀਬ PhDਆਂ MPhil ਹੋ ਚੁੱਕੀਆਂ, ਅੱਜ ਵੀ ਵਿਦਿਆਰਥੀ ਉਹਨਾਂ 'ਤੇ ਕੰਮ ਕਰ ਰਹੇ ਨੇ। ਇਹ ਮੈਨੂੰ ਲੱਗਦਾ ਕਿ ਇਹ ਸਭ ਤੋਂ ਵੱਡਾ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਭਾਈ ਵੀਰ ਸਿੰਘ ਦੇ ਸਾਹਿਤ ਤੋਂ शुरू करके अजी आज इत्थों तक पहुँचे। जैसे उनकी सोच धारा उस समय से और अब के समय में, अब के लेखक पे आप क्या देखते कि क्या तब्दीलियाँ आई हैं? नहीं, तब्दीलियाँ तो समय समय आंदियां रहियां। 150 सालों के रेवोल्यूशन आया, 150 साल के हालात नहीं ने। उस वक्त असी आज़ाद मुल्क च नहीं रह रहे सी। उस तो बाद आज़ादी आदि भगत सिंह का पीरियड आंदा, जलियांवाले बाग का पीरियड आंदा, उधम सिंह का पीरियड आंदा, महात्मा गांधी का पीरियड आंदा। वो पॉलिटिक्स सियासी हालात बदलते रहे ने, लेकिन जदों भाई वीर सिंह का समा सी उदों भी सियासी हालात होर सी। रणजीत सिंह तो बाद का पीरियड है और मुगलों के पीरियड तो बाद आप कह सकते हैं कि अंग्रेज़ों का पीरियड साढ़े सामने चल रहा सी। उदों साडी जदोजहद आज़ादी वास्ते हो रही सी। अज दी सिचुएशन हो रहा, भावें असीं आज़ाद है लेकिन हुण होर तरह दीयां मुश्किलां ने साडे सामने। अज दी सियासी जो हालात है शायद उन्हें उस तरह का नहीं, उस तो माड़े ही ने जे कह सकीए तां। लेकिन अज दा जिहड़ा सिचुएशन है, असीं क्योंकि साडे कोल डिजिटल मीडिया बहुत आ गया, सोशल मीडिया बहुत आ गया, साडे कोले बहुत सारी, सानूं ऐ लगदा कि दुनिया साडी मुट्ठी दे विच है, लेकिन सानूं लगदा ये भी है कि दुनिया साडे तो मुट्ठी विच हुंदियां होइयां साडे कोल कुछ नहीं है। उस वक्त टैक्नोलॉजी नहीं सी, फिर भी साडे रिश्तिਆਂ ਦਾ ਤਾਣਾ ਬੜਾ ਮਜ਼ਬੂਤ ਸੀਗਾ। ਅੱਜ ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ ਅਸੀਂ ਟੁੱਟ ਭੱਜ ਦਾ ਸ਼ਿਕਾਰ ਹੈ, ਸਟ੍ਰੈਸ ਦਾ ਸ਼ਿਕਾਰ ਹੈ। ਅਸੀਂ ਸਾਰਾ ਕੁਝ ਹੋਣ ਦੇ ਬਾਵਜੂਦ ਅਸੀਂ ਇਕੱਲੇ ਹਾਂ। ਉਦੋਂ ਇੱਕ ਸਮਾਜ ਇੱਕ ਰਿਸ਼ਤਿਆਂ ਵਾਂਗੂ ਇਕੱਠੇ ਹੁੰਦਾ ਸੀ, ਪਰਿਵਾਰ ਇਕੱਠਾ ਹੁੰਦਾ ਸੀ। ਔਰ ਇਹਨਾਂ ਗੱਲਾਂ ਨੂੰ ਹੀ ਭਾਈ ਵੀਰ ਸਿੰਘ ਨੇ ਉਭਾਰਿਆ। ਮੈਨੂੰ ਲੱਗਦਾ ਕਿ ਉਹ ਰੋਲ ਜੇ ਉਹ ਨਾ ਪਲੇ ਕਰਦੇ ਤੇ ਅੱਜ ਅਸੀਂ ਇੱਥੋਂ ਤੱਕ ਨਾ ਪਹੁੰਚਦੇ। जी, 80 किताब के रचयिता और समाज को सामाजिकता का संदेश दिया उन्होंने। आजकल के जो लेखक हैं, युवा है, क्या संदेश ले रहे हैं, क्या कुछ उन पे असर दिख रहा है?
ਨਹੀਂ, ਲੇਖਕ ਦਾ ਕੰਮ ਤਾਂ ਸੰਦੇਸ਼ ਦੇਣਾ ਹੁੰਦਾ, ਹਾਲਾਤ ਨੂੰ ਬਿਆਨ ਕਰਨਾ ਹੁੰਦਾ ਹੈ, ਸੰਦੇਸ਼ ਦੇਣਾ ਹੁੰਦਾ। ਬਾਕੀ ਤਾਂ ਪੋਲਿਟਿਕਸ ਨੇ ਫੈਸਲੇ, ਪੋਲਿਟਿਕਸ ਲੈਂਦੀ ਹੈ, ਸਿਆਸਤ ਲੈਂਦੀ ਹੈ। ਲੇਕਿਨ ਲੇਖਕ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰ ਰਿਹਾ। ਅੱਜ ਵੀ ਤੁਸੀਂ ਦੇਖੋ ਸਾਹਿਤ ਦੇ ਸਮੁੰਦਰ 'ਚ ਬੈਠੇ ਹੋ ਇੱਥੇ। ਉਸ ਤੋਂ ਬਾਅਦ ਦੀ ਉਹਨਾਂ ਦੀਆਂ ਕਿਤਾਬਾਂ ਵੀ, ਔਰ ਉਸ ਤੋਂ ਬਾਅਦ ਨਾਨਕ ਸਿੰਘ ਦੀਆਂ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਬਲਦੇਵ ਸਿੰਘ, ਕਿਰਪਾਲ ਕਜਾਕ ਹੈ, ਜਾਂ ਸਵਰਾਜ ਵੀਰ ਹੈ, ਪਾਲੀ ਭੁਪਿੰਦਰ ਹੈ, ਗੁਰਸ਼ਰਨ ਭਾਜੀ ਹੈ, ਬੇਸ਼ੁਮਾਰ KL ਗਰਗ ਹੈ, ਜਰਨੈਲ ਸਿੰਘ ਸੇਖਾ ਹੈ, ਮਨਮੂਨ ਬਾਵਾ ਹੈ। ਇਹਨਾਂ ਦਾ ਬਹੁਤ ਵੱਡਾ, ਉਹਨਾਂ ਤੋਂ ਬਾਅਦ ਇੱਕ ਨਵੀਂ ਪੀੜ੍ਹੀ ਸਾਡੇ ਕੋਲ ਸਾਹਮਣੇ ਆਈ ਹੈ, ਨਛੱਤਰ ਹੈ, ਉਹਨਾਂ ਦੀਆਂ ਕਿਤਾਬਾਂ, ਫਿਰ ਸੂਫੀ ਕਾਵ ਲੋਕਾਂ ਨੇ ਪੜ੍ਹਨਾ ਸ਼ੁਰੂ ਕੀਤਾ। ਇਹ ਭਾਈ ਵੀਰ ਸਿੰਘ ਦੀ ਦੇਣ ਹੈ ਕਿ ਜਿਸ ਕਰਕੇ ਅਸੀਂ ਇੱਥੋਂ ਤੱਕ ਪਹੁੰਚ ਰਹੇ ਹਾਂ। ਜੇ ਉਹ ਨਾ ਹੁੰਦੇ ਤਾਂ ਮੈਨੂੰ ਲੱਗਦਾ ਕਿ ਅਸੀਂ ਵੀ ਇਸ ਜਗ੍ਹਾ 'ਤੇ ਨਾ ਹੁੰਦੇ। बेसिकली उनका जोर सबसे ज़्यादा किस पे था? ਉਹਨਾਂ ਦਾ ਸਮਾਜ ਨੂੰ ਇੱਕ ਟ੍ਰੈਂਡ ਸੈੱਟ ਹੋਇਆ ਹੋਇਆ ਸੀ ਧਾਰਮਿਕ, ਕਿਉਂਕਿ ਉਸ ਰਣਜੀਤ ਸਿੰਘ ਕਾਲ ਤੋਂ ਬਾਅਦ ਜਿਹੜਾ ਸੈਟਅਪ ਸੀ ਉਹ ਧਾਰਮਿਕ ਸੈਗਮੈਂਟ ਦਾ ਸੀਗਾ, ਔਰ ਉਸ ਤੋਂ ਬਾਅਦ ਇਹਨਾਂ ਨੇ ਚੇਂਜਸ ਲਿਆਂਦੀਆਂ। ਉਹ ਚੇਂਜਸ ਲਿਆ ਕੇ ਸਮਾਜ ਨੂੰ ਇੱਕ ਨਵਾਂ ਰਸਤਾ ਦਿੱਤਾ ਕਿ ਸਾਡੇ ਕੋਲ ਆਦਰਸ਼ਵਾਦ ਹੋਣਾ ਜ਼ਰੂਰੀ ਹੈ। ਜੇ ਆਦਰਸ਼ ਹੋਏਗਾ ਤਾਂ ਅਸੀਂ ਕੋਈ ਅੱਗੇ ਤੁਰ ਸਕਾਂਗੇ। ਆਦਰਸ਼ ਦਾ ਮਤਲਬ ਇਹ ਹੈ ਕਿ ਸਾਨੂੰ ਆਲੇ ਦੁਆਲੇ ਦਾ ਧਿਆਨ ਰੱਖਣਾ ਚਾਹੀਦਾ। ਆਲੇ ਦੁਆਲੇ 'ਚ ਰਿਸ਼ਤਿਆਂ ਦੀ ਜਿਹੜੀ ਟੁੱਟ ਭੱਜ ਹੁੰਦੀ ਹੈ, ਉਹਨੂੰ ਕਿਵੇਂ ਕਵਰ ਅਪ ਕਰ ਸਕਦੇ ਹਾਂ ਅਸੀਂ। ਪਿੰਡ ਦੇ ਵਿੱਚ ਬੈਠ ਕੇ ਪਿੰਡ ਦੀਆਂ ਮੁਸ਼ਕਲਾਂ ਨੂੰ ਕਿਵੇਂ ਬਿਆਨ ਕਰ ਸਕਦੇ ਹਾਂ, ਔਰ ਕਿਵੇਂ ਉਹਨੂੰ ਸੁਲਝਾ ਸਕਦੇ ਹਾਂ। ਇਹ ਸੁਲਝਾਉਣ ਦਾ ਜਿਹੜਾ ਨਜ਼ਰੀਆ ਸੀ, ਭਾਈ ਵੀਰ ਸਿੰਘ ਦੀ ਦੇਣ ਸੀ। जी, उनके पारिवारिक सदस्यों की अगर हम बात करें? ਉਹਨਾਂ ਦੇ 2 ਬੱਚੇ ਸੀ, ਬਾਕੀ ਉਹਨਾਂ ਬਾਰੇ ਮੈਂ ਬਹੁਤਾ ਨਹੀਂ ਜਾਣਦਾ, ਕਿਉਂਕਿ ਉਹ ਅੰਮ੍ਰਿਤਸਰ ਉਹਨਾਂ ਦਾ ਜਨਮ ਹੋਇਆ, ਉੱਥੇ ਹੀ ਡੈਥ ਹੋਈ ਹੈ ਉਹਨਾਂ ਦੀ। ਉਹ ਮੇਰੇ ਤੋਂ ਬਹੁਤ ਪਹਿਲਾਂ ਦੀ ਗੱਲ ਹੈ, ਕਿਉਂਕਿ ਸਾਡੇ ਜਨਮ ਤੋਂ ਪਹਿਲਾਂ, ਬਹੁਤ ਪਹਿਲਾਂ, ਉਹ ਤਾਂ 1927 ਦੇ ਵਿੱਚ ਡੈਥ ਹੋ ਜਾਂਦੀ ਹੈ ਉਹਨਾਂ ਦੀ, ਤੇ ਉਹਨਾਂ ਬਾਰੇ ਮੇਰੇ ਧਿਆਨ 'ਚ ਨਹੀਂ ਹੈ जी। अभी आज उनकी जो 150वीं बरसी है, तो आप क्या संदेश सभी युवाओं को देना चाहेंगे? हमारे समाज को क्या संदेश देना चाहेंगे? ਉਹਨਾਂ ਬਾਰੇ ਤਾਂ ਵੈਸੇ ਮੇਰੇ ਤੋਂ ਸਾਰੇ ਸਿਆਣੇ ਨੇ ਜੀ। ਸਟੂਡੈਂਟ ਵੀ ਜਿਹੜਾ ਵਿਦਿਆਰਥੀ ਹੈ ਵਰਗ ਹੈ, ਉਹ ਭਾਈ ਵੀਰ ਸਿੰਘ ਨੂੰ ਪਹਿਲਾਂ ਹੀ ਬਹੁਤ ਪੜ੍ਹ ਰਿਹਾ, ਅੱਜ ਵੀ ਪੜ੍ਹ ਰਿਹਾ। ਔਰ ਜਦੋਂ 150 ਸਾਲਾ ਹੋ ਰਿਹਾ, ਤੇ ਇੱਕ ਜਸ਼ਨ ਦੀ ਗੱਲ ਹੈ ਕਿ ਅਸੀਂ ਉਹਨਾਂ ਨੂੰ ਯਾਦ ਕਰੀਏ, ਉਹਨਾਂ ਦੀ ਕੋਈ ਨਾ ਕੋਈ ਇੱਕ ਕਿਤਾਬ ਕਿਸੇ ਨੂੰ ਗਿਫਟ ਕਰੀਏ, ਭੇਟ ਕਰੀਏ, ਜਾਂ ਆਪ ਪੜ੍ਹੀਏ। ਉਹਨਾਂ ਨੂੰ, ਕਿਸੇ ਨੂੰ, ਬਜ਼ੁਰਗਾਂ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਇਹੀ ਤਰੀਕਾ ਹੁੰਦਾ ਹੈ ਕਿ ਉਹਨਾਂ ਦੀਆਂ ਯਾਦਾਂ ਦੇ ਵਿੱਚ ਅਸੀਂ ਸ਼ਾਮਲ ਹੋਈਏ ਤੇ ਆਪਣੀ ਗੱਲ ਕਨਵੇ ਕਰ ਸਕੀਏ समाज ਦੇ ਨਾਲ। जी, बहुत सुंदर संदेश भी दिया इन्होंने और जीवन शैली से जुड़ी अहम जानकारियां भी साझा की। तो इतनी सारी उपलब्धियों के मालिक जो भाई वीर सिंह जी थे, उन्हें हम फिर से शत नमन करते हैं। और आप सभी को हम ये कहेंगे कि उनकी दी हुई जो देन है हमारे समाज के लिए, आप भी उनकी पुस्तक पढ़िए और जो आदर्शवाद वो कायम करना चाहते थे, उसी रास्ते पे आप भी चलिए। तो इसी तरह से और लेटेस्ट यूनिक अपडेट के लिए बने रहें जनहितैषी के साथ। कैमरामैन प्रिंस के साथ मैं शिवांगी विदा लेती हूँ। धन्यवाद।